ਐਂਡ ਵਾਰਮ ਵੈਲਕਮ ਟੂ एवरीवन। ਅੱਜ ਦੇ ਇਸ ਮੈਥਸ ਰਿਲੇਟਡ ਸੈਸ਼ਨ ਦੇ ਵਿੱਚ ਮੈਂ ਰਾਜੀਵ ਸ਼ਰਮਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਪਿਆਰੇ ਬੱਚਿਓ, ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਨੈ ਸੰਬੰਧਿਤ ਮਾਡਲ ਟੈਸਟ ਪੇਪਰ ਨੰਬਰ 1। ਪਿਆਰੇ ਬੱਚਿਓ, ਇਹ ਟੈਸਟ ਪੇਪਰ ਸਾਡੇ ਬਹੁਤ ਹੀ ਡੈਡੀਕੇਟਿਡ ਤੇ ਐਕਸਪੀਰੀਅੰਸਡ ਟੀਚਰਸ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਨੈਸ ਤੇ ਸੈਪਟੈਂਬਰ ਟੈਸਟ ਨੂੰ ਮੱਦੇਨਜ਼ਰ ਰੱਖਦੇ ਹੋਏ ਸੈਪਟੈਂਬਰ ਸਿਲੇਬਸ ਤੱਕ ਕਵਰ ਕੀਤਾ ਗਿਆ ਹੈ। ਕਹਿਣਾ ਮਤਲਬ ਇਹ ਹੈ ਕਿ ਜੇ ਤੁਸੀਂ ਇਸ ਟੈਸਟ ਪੇਪਰ ਨੂੰ ਚੰਗੀ ਤਰ੍ਹਾਂ ਕਰ ਲੈਂਦੇ ਹੋ ਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਅਰਾਊਂਡ 70% ਤਾਂ ਸੈਪਟੈਂਬਰ ਟੈਸਟ ਉਹ ਛੁੱਟੀਆਂ 'ਚ ਕਰ ਲੈਣਾ ਹੈ, ਈਜ਼ੀਲੀ ਕਰ ਲੈਣਾ ਹੈ, ਰਾਈਟ। ਇਸ ਕਰਕੇ ਪਲੀਜ਼ ਵੀਡੀਓਜ਼ ਨੂੰ ਸਕਿਪ ਨਾ ਕਰਿਓ ਕਿਤੇ ਵੀ ਔਰ ਐਂਡ ਤੱਕ ਵੀਡੀਓ ਜ਼ਰੂਰ ਦੇਖਣੀ ਹੈ ਕਿਉਂਕਿ ਇਹ ਸੈਸ਼ਨ ਬਹੁਤ ਹੀ ਇੰਟਰਸਟਿੰਗ ਹੋਣ ਜਾ ਰਿਹਾ ਹੈ। ਹਰ ਇੱਕ ਸਮ ਤੁਹਾਨੂੰ ਇੱਕ ਈਜ਼ੀ ਵੇ ਦੇ ਵਿੱਚ ਔਰ ਪੂਰੀ ਐਕਸਪਲੇਨੇਸ਼ਨ ਦੇ ਨਾਲ ਦੱਸਿਆ ਜਾਏਗਾ, ਰਾਈਟ। ਸੋ ਕੁਐਸਚਨ ਨੰਬਰ ਫਸਟ ਸਾਡੇ ਕੋਲ ਹੈ ਦ ਗ੍ਰਾਫ ਸ਼ੋਜ਼ ਦ ਡਿਸਟ੍ਰੀਬਿਊਸ਼ਨ ਆਫ 4 ਡਿਫਰੈਂਟ ਟਾਈਪਸ ਆਫ ਸਕੂਲਸ। ਇੱਕ ਸਾਡੇ ਕੋਲ ਗ੍ਰਾਫ ਦਿਖਾਇਆ ਗਿਆ ਹੈ। ਗ੍ਰਾਫ ਕੀ ਹੈ ਇਹ? ਦਿਸ ਇਜ਼ ਅ ਪਾਈ ਚਾਰਟ, ਇੱਕ ਗੋਲ ਨਕਸ਼ਾ ਹੈ ਤੇ ਇਸ ਦੀ ਵੰਡ ਇਸ ਤਰੀਕੇ ਨਾਲ ਕੀਤੀ ਗਈ ਹੈ ਕਿ ਇਹਦੇ 'ਚ 4 ਤਰ੍ਹਾਂ ਦੇ ਸਕੂਲ ਦਿਖਾਏ ਗਏ ਹਨ। ਈਵਨਿੰਗ ਸਕੂਲ, ਬॉयज़ ਦਾ ਸਕੂਲ ਰੇਖਾਵਾਂ ਦੇ ਨਾਲ, ਉਸ ਤੋਂ ਬਾਅਦ ਕੋਐਡ ਸਕੂਲ। ਕੋਐਡ ਸਕੂਲ ਉਹ ਜੋ ਜਿੱਥੇ ਮੁੰਡੇ ਤੇ ਕੁੜੀਆਂ ਇਕੱਠੇ ਪੜ੍ਹਦੇ ਹਨ, ਠੀਕ ਹੈ ਜੀ, ਕੋ ਐਜੂਕੇਸ਼ਨ ਸਕੂਲਸ। ਉਸ ਨੂੰ ਆ ਸ਼ੇਡਡ ਲਾਈਟ ਸ਼ੇਡ ਦੇ ਨਾਲ ਦਿਖਾਇਆ ਗਿਆ ਹੈ ਤੇ ਡਾਰਕ ਸ਼ੇਡ ਦੇ ਨਾਲ ਗਰਲਸ ਸਕੂਲ ਦਿਖਾਏ ਗਏ ਹਨ। ਪਿਆਰੇ ਬੱਚਿਓ, ਸਾਨੂੰ ਕੁਝ ਸਟੇਟਮੈਂਟਸ ਦਿੱਤੀਆਂ ਹੋਈਆਂ ਹਨ, 4 ਸਟੇਟਮੈਂਟਸ ਹਨ ਤੇ ਉਹ ਸਟੇਟਮੈਂਟਸ ਅਸੀਂ ਰੀਡ ਕਰਨੀ ਹੈ ਤੇ ਸਾਨੂੰ ਦੱਸਣਾ ਹੈ ਕਿ ਵਿਚ ਆਫ ਦਾ ਸਟੇਟਮੈਂਟ ਬਿਲੋ ਇਜ਼ ਕਰੈਕਟ, ਮਤਲਬ ਕਿ ਇਹਨਾਂ 'ਚੋਂ ਕਰੈਕਟ ਕਿਹੜੀ ਹੈਗੀ ਆ। ਤਾਂ 4 ਵਿੱਚੋਂ 3 ਸਟੇਟਮੈਂਟਸ ਤਾਂ ਇਨਕਰੈਕਟ ਹੋਣਗੀਆਂ ਡੈਫੀਨੇਟਲੀ। ਤੇ ਬੱਚਿਓ, ਅਸੀਂ ਸਟੇਟਮੈਂਟਸ ਪੜ੍ਹਨ ਤੋਂ ਪਹਿਲਾਂ ਨਕਸ਼ੇ ਨੂੰ ਸਮਝ ਲੈਂਦੇ ਹਾਂ। ਸਾਨੂੰ ਪਤਾ ਹੈ ਕਿ ਜੋ ਪਾਈ ਚਾਰਟ ਹੈ ਉਹ ਗੋਲ ਨਕਸ਼ਾ ਹੁੰਦਾ ਹੈ, ਚੱਕਰ ਦੇ ਵਿੱਚ ਹੁੰਦਾ ਹੈ। ਚੱਕਰ ਦਾ ਕੋਣ ਕਿੰਨਾ ਹੁੰਦਾ ਹੈ? ਚੱਕਰ ਦਾ ਕੋਣ ਹੁੰਦਾ ਹੈ ਸੋ ਐਂਗਲ ਆਫ ਅ ਸਰਕਲ is equal to 360 degree, right? So basically जो पोर्शंस दिखाए गए हैं ये की ने? ये 360 डिग्री दे पोर्शंस ने, राइट। कोण दिखाए गए ने, जिवें देखो आ कोण सानू देखते ही पता लगता है कि 90 डिग्री का कोण है। इत्थे लिखते हैं 90 डिग्री, आ भी 90 डिग्री का कोण है, ठीक है। ये अराउंड 30 डिग्री ਤੇ ਆਹ ਰਹਿ ਗਿਆ ਹੈ 150 ਡਿਗਰੀ, ਕਿਉਂਕਿ 180 ਡਿਗਰੀ ਇਹਦਾ ਅੱਧ ਕਰ ਲੈਂਦੇ ਹਾਂ ਅਸੀਂ, 180 ਡਿਗਰੀ ਤਾਂ ਹੋ ਗਿਆ, ਲੇਕਿਨ ਇਹ 180 ਡਿਗਰੀ ਤੋਂ 30 ਡਿਗਰੀ ਘੱਟ ਹੈ ਤੇ ਇਸ ਦਾ ਮਤਲਬ ਜਿਹੜਾ ਬॉयਜ਼ ਸਕੂਲ ਹੈ ਉਹ 150 ਡਿਗਰੀ ਦਾ ਕੋਣ ਦਿਖਾ ਰਿਹਾ ਹੈ। ਕਿਉਂਕਿ ਅਸੀਂ ਜਦੋਂ ਕੋਣ ਸਟੱਡੀ ਕਰ ਲਏ ਤਾਂ ਸਾਨੂੰ ਸਟੇਟਮੈਂਟਸ ਨੂੰ ਸਮਝਣਾ ਸੌਖਾ ਹੋ ਜਾਏਗਾ ਤੇ ਕੁਐਸਚਨਸ ਨੂੰ ਹੱਲ ਕਰਨਾ ਵੀ ਈਜ਼ੀ ਹੋ ਜਾਂਦਾ ਹੈ। ਸਾਡੇ ਕੋਲ ਫਸਟ ਕੁਐਸਚਨ ਹੈ ਕਿ ਕੋਐਡ ਸਕੂਲਸ ਆਰ ਮੋਰ ਦੈਨ ਦਾ ਬॉयਜ਼ ਸਕੂਲਸ। ਜਿਹੜੇ ਕੋਐਡ ਸਕੂਲਸ ਨੇ ਉਹ ਮੁੰਡਿਆਂ ਦੇ ਸਕੂਲ ਨਾਲੋਂ ਵੱਧ ਹਨ। ਦੇਖ ਲੈਂਦੇ ਹਾਂ। ਦੇਖੋ ਕੋਐਡ ਸਕੂਲ ਜਿਹੜਾ ਹੈ ਉਹ 90 ਡਿਗਰੀ ਦਾ ਐਂਗਲ ਕੋਣ ਬਣਾ ਰਿਹਾ ਹੈ ਤੇ ਜੋ ਮੁੰਡਿਆਂ ਦਾ ਸਕੂਲ ਹੈ ਉਹ 150 ਡਿਗਰੀ ਦਾ ਕੋਣ ਬਣਾ ਰਿਹਾ ਹੈ। ਤਾਂ ਇਸ ਦਾ ਮਤਲਬ ਕੀ ਹੈ ਕਿ ਬॉयਜ਼ ਸਕੂਲਸ ਜ਼ਿਆਦਾ ਨੇ ਕੋਐਡ ਸਕੂਲਸ ਨਾਲੋਂ। ਇੱਥੇ ਦੱਸਿਆ ਹੈ ਕਿ ਕੋਐਡ ਸਕੂਲਸ ਜ਼ਿਆਦਾ ਨੇ। ਇਸ ਪ੍ਰਕਾਰ ਫਸਟ ਸਟੇਟਮੈਂਟ ਸਾਡੀ ਇਨਕਰੈਕਟ ਹੈ, ਗਲਤ ਹੈ। ਸੈਕੰਡ ਸਟੇਟਮੈਂਟ ਪੜ੍ਹਦੇ ਹਾਂ। ਬॉयਜ਼ ਸਕੂਲਸ ਆਰ ਮੋਰ ਦੈਨ 1/2 ਆਫ ਦਾ ਟੋਟਲ ਸਕੂਲਸ। ਬॉयਜ਼ ਸਕੂਲਸ, ਮੁੰਡਿਆਂ ਦੇ ਜਿਹੜੇ ਸਕੂਲ ਨੇ, ਆਰ ਮੋਰ ਦੈਨ 1/2 ਆਫ ਦਾ ਟੋਟਲ ਸਕੂਲਸ। 1/2 ਡੇਢ ਗੁਣਾ, ਮਤਲਬ ਕਿ ਜੇ ਟੋਟਲ ਸਕੂਲਸ ਨੇ ਮੋਰ ਦੈਨ ਹਾਫ ਆਫ ਦਾ ਟੋਟਲ ਸਕੂਲਸ, ਸੋ ਇਸ ਦਾ ਮਤਲਬ ਕੀ ਹੋਇਆ ਕਿ 1/2 ਮਤਲਬ ਅੱਧੇ ਨਾਲੋਂ ਅੱਧਾ ਜਿਹੜਾ ਹੈਗਾ ਉਹ ਬॉयਜ਼ ਸਕੂਲਸ ਹਨ ਟੋਟਲ ਸਕੂਲਸ ਦੇ। ਸੋ ਟੋਟਲ ਸਕੂਲਸ ਕਿੰਨੇ ਹਨ? 360 ਡਿਗਰੀ ਐਂਗਲ ਦੇ। ਹੁਣ ਸਾਡੇ ਕੋਲ ਬॉयਜ਼ ਸਕੂਲਸ ਕਿੰਨੇ ਹਨ? 150 ਡਿਗਰੀ ਦੇ। ਜੇ ਅਸੀਂ ਹਾਫ ਮੰਨ ਲੈਂਦੇ ਹਾਂ ਤਾਂ ਘੱਟੋ ਘੱਟ 180 ਡਿਗਰੀ ਦਾ ਐਂਗਲ ਤਾਂ ਹੋਣਾ ਚਾਹੀਦਾ ਸੀ ਨਾ, ਕਿ ਨਹੀਂ? ਇਸ ਦਾ ਮਤਲਬ ਇਹ ਵੀ ਗਲਤ ਹੈ। ਈਵਨਿੰਗ ਸਕੂਲਸ ਆਰ ਮੋਰ ਦੈਨ 1/3 ਆਫ ਦਾ ਟੋਟਲ ਸਕੂਲਸ। ਜੋ ਈਵਨਿੰਗ ਸਕੂਲਸ ਨੇ ਇਹ 1/3 ਆਫ ਦਾ ਟੋਟਲ ਸਕੂਲਸ। ਸੋ ਟੋਟਲ ਸਕੂਲਸ ਕਿੰਨੇ ਹਨ?
360 डिग्री। सो 360 डिग्री का सो 1/3 ऑफ 360 डिग्री इज इक्वल टू 120 डिग्री। इसका मतलब ये होया कि जो ईवनिंग स्कूल्स ने वो 120 डिग्री का कोण तो बनाना ही चाहिए, उन्होंने उस तो वध बनाना चाहिए है, लेकिन साढ़े को ईवनिंग स्कूल्स ने सिर्फ 30 डिग्री। इट मीनस कि दिस इज आल्सो इनकरेक्ट स्टेटमेंट। नैक्सट है द टोटल नंबर ऑफ गर्ल्स एंड कोएड स्कूल्स। जे असी गर्ल्स स्कूल नूं ते कोएड स्कूल्स नूं कंबाइन कर लीए इज ग्रेटर दैन द नंबर ऑफ बॉयज स्कूल्स। असी कंबाइन कर लें 90 डिग्री प्लस 90 डिग्री, ये दोनों मिलकर बनाते हैं 180 डिग्री। तो बॉयज स्कूल जो है वो 150 डिग्री ते रह गया है। इसका मतलब की है कि जो दोनों ही स्कूल्स नूं असी इकट्ठा कर लें हाँ, ठीक है, गर्ल्स स्कूल्स एंड कोएड स्कूल्स, तो यह बॉयज स्कूल नालों वध है, डेफिनेटली वध है। इसका मतलब साढ़े को जो स्टेटमेंट नंबर 4 है इज द करेक्ट स्टेटमेंट। सो आंसर होएगा ऑप्शन नंबर 4। सो स्टूडेंट्स क्वेश्चन नंबर 2 साढ़े को जो है उसनों असी अर्थमैटिक ऑपरेशंस लगा के हल करना है। सो सब तो पहला असी ब्रैकेट में हल करांगे, 5/7 इंज ही लिख लेना है। उस तो बाद ब्रैकेट में सॉल्व करने वास्ते असी कैंसल कर सकते हैं सानू। देखो जो असी 2 का पहाड़ा पढ़ते हैं 2 के टेबल के 2 3 जा 6 एंड 2 7 जा 14, राइट। साढ़े को आ जाएगा ये 5/7 प्लस 5 × 3 इज 15, 7 1 जा 7 एंड 7 2 जा 14। सो 5/7 प्लस 15/147। असी इन्हां दा एलसीएम पता करांगे किदा 7 ते 147 का। तो 7 आप डिवाइड करते हैं 7 1 जा 7, 7 2 जा 14 एंड 1, देन अगेन 3 ना करांगे वी गेट हियर 1। सो 7 × 7 × 3 दिस कम्स आउट टू बी 49 × 3 और 147। साढ़े को जो एलसीएम आया है वो आया है 147, राइट। हुण असीं की करांगे जो साढ़े को एलसीएम आया है उसनों फर्स्ट डिनोमिनेटर दे नाल डिवाइड करांगे। साढ़े को फर्स्ट डिनोमिनेटर किहड़ा है 7। सो 7 में जो असीं डिवाइड करते हैं साढ़े को आ जाना है 21। सो 21 इंटू न्यूमिनेटर नाल असीं मल्टीप्लाई कर देना है प्लस जो 147 नूं नैक्सट डिनोमिनेटर जो 147 ही है इस तरह से डिवाइड कर दें विल गेट 1। सो 1 × 15 साढ़े को आ जाएगा 5 1 जा 5, 5 2 जा 10 प्लस 15/147, ये हो जाएगा 120/147, राइट। कॉमन डिविजिबल किहड़ा है डिवाइडर का किहड़ा है वो है 3 3 4 जा 12, 3 0 0। सो 3 4 जा 12 एंड 3 9 जा 27। साढ़े को आंसर आ जाएगा 40/49। सो साढ़े को ऑप्शन देती हुई है ये ऑप्शन नंबर 4। सो ऑप्शन नंबर 4 जी है 40/49, दिस इज द राइट आंसर एंड द राइट ऑप्शन। क्वेश्चन नंबर 3 साढ़े को है व्हेन अ न्यू ब्रिज इज बिल्ट, जो नवा पुल बनया द एवरेज टाइम टेकन बाय अ कार फ्रॉम वन सिटी टू अनदर सिटी, एक शहर तो दूजे शहर तक जाने के लिए जो उस दिन समा लगता सीगा इज रिड्यूस्ड फ्रॉम 1 आवर टू 30 मिनट्स। 1 घंटा लगता सी ते वो घट के लग बन गया 30 मिनट्स। मतलब जिथे 1 घंटा लगता सी पुल बनने तो बाद हुण 30 मिनट लगते हैं। वट इज़ द परसेंटेज डिक्रीज इन टाइम, किन्ने प्रतिशत समा जिहड़ा वो घट लगता है। फिर बच्चों सानू इत्थे देखो यूनिट्स सेम नहीं हैं, इत्थे आवर्स दिता होया 1 घंटा, इत्थे मिनट दिते हुए हैं। सब तो पहला तो असीं इन्हां नूं इक्को ही यूनिट विच करना है, सेम यूनिट विच करना है, इक्को जी राशि विच करना है। जे
ਇੱਥੇ ਘੰਟੇ ਦਿੱਤੇ ਹੈ ਤੇ ਮਿੰਟ ਦਿੱਤੇ ਹੋਏ ਆ, ਤਾਂ ਅਸੀਂ ਪਹਿਲਾਂ 1 ਘੰਟੇ ਨੂੰ ਮਿੰਟ ਵਿੱਚ ਬਦਲਾਂਗੇ। ਸਾਨੂੰ ਪਤਾ ਹੈ ਕਿ 1 ਆਰ ਇਜ਼ ਇਕੁਅਲ ਟੂ 60 ਮਿੰਟਸ। ਠੀਕ ਹੈ ਜੀ। ਸੋ ਇਸ ਪ੍ਰਕਾਰ ਪਹਿਲਾਂ 60 ਮਿੰਟਸ ਲੱਗਦੇ ਸੀ ਤੇ ਹੁਣ ਲੱਗਦੇ ਹਨ 30 ਮਿੰਟਸ। ਸੋ ਡਿਕਰੀਜ਼ ਇਨ ਟਾਈਮ ਕਿੰਨਾ ਹੋਇਆ? ਡਿਕਰੀਜ਼ ਇਨ ਟਾਈਮ, ਸਮੇਂ ਦੇ ਵਿੱਚ ਕਿੰਨਾ ਘਟਾਅ ਹੋਇਆ? ਉਹ ਹੋਇਆ 60 ਮਾਈਨਸ 30 ਮਿੰਟਸ ਦਾ 30 ਮਿੰਟ ਘਟ ਗਏ। ਲੇਕਿਨ ਉਹਨੇ ਪੁੱਛਿਆ ਹੈ ਪ੍ਰਤੀਸ਼ਤ ਦੇ ਵਿੱਚ ਕਿ ਕਿੰਨਾ ਪ੍ਰਤੀਸ਼ਤ ਸਮਾਂ ਘਟਿਆ। ਪ੍ਰਤੀਸ਼ਤ ਪਤਾ ਕਰਨ ਵਾਸਤੇ ਦੇਖੋ 30 ਮਿੰਟ ਲੱਗਦੇ ਹਨ, ਪਹਿਲਾਂ ਲੱਗਦੇ ਸੀਗੇ 60 ਮਿੰਟਸ। ਸੋ 60 इंटू 100%, ये अपने को आ जाएगा जी 30 एकम 30, 30 दूनी 60, 2 कितना कट हो जाएगा 50%। सो उत्तर आएगा 50%, जो कि 4th ऑप्शन साढ़े कोल है। सो 4th ऑप्शन इज़ द राइट ऑप्शन। क्वेश्चन 4th है अपने कोल। A square board has an area of 7056 centimeters square. How long is each side of the board? ਸਾਡੇ ਕੋਲ ਖੇਤਰਫਲ ਦਿੱਤਾ ਹੋਇਆ ਹੈ ਕਿਸ ਦਾ? ਇੱਕ ਵਰਗਾਕਾਰ ਬੋਰਡ ਦਾ ਖੇਤਰਫਲ ਦਿੱਤਾ ਹੋਇਆ ਹੈ ਕਿੰਨਾ? 7056 ਵਰਗ ਸੈਂਟੀਮੀਟਰ। How long is each side of the board? ਸਾਨੂੰ ਇਸ ਵਰਗਾਕਾਰ ਬੋਰਡ ਦੀ ਭੁਜਾ ਪਤਾ ਕਰਨੀ ਹੈ। ਹਰ ਇੱਕ ਭੁਜਾ ਸਾਨੂੰ ਪਤਾ ਹੈ ਕਿ ਜੋ ਵਰਗ ਹੁੰਦਾ ਹੈ ਉਸ ਦੀਆਂ ਚਾਰੇ ਭੁਜਾਵਾਂ ਸਮਾਨ ਹੁੰਦੀਆਂ ਹਨ, ਰਾਈਟ। ਸੋ ਸਾਡੇ ਕੋਲ ਜੋ ਦਿੱਤਾ ਹੋਇਆ ਹੈ, ਦਿੱਤਾ ਕੀ ਹੋਇਆ ਹੈ? ਏਰੀਆ। ਸੋ ਏਰੀਆ ਆਫ ਸਕੁਅਰ ਬੋਰਡ ਇਜ਼ ਇਕੁਅਲ ਟੂ 7056 ਸੈਂਟੀਮੀਟਰ ਸਕੁਅਰ। ਸੋ ਏਰੀਆ ਕੀ ਹੁੰਦਾ ਹੈ? ਏਰੀਆ ਹੁੰਦਾ ਹੈ ਸਾਈਡ ਸਕੁਅਰ, ਜਿਹਨੂੰ ਅਸੀਂ ਐਲ ਸਕੁਅਰ ਲਿਖ ਸਕਦੇ ਹਾਂ। ਸੋ ਐਲ ਸਕੁਅਰ ਇਜ਼ ਇਕੁਅਲ ਟੂ 7056 ਸੈਂਟੀਮੀਟਰ ਸਕੁਅਰ। ਹੁਣ ਅਸੀਂ ਪਤਾ ਕੀ ਕਰਨਾ ਹੈ? ਪਤਾ ਅਸੀਂ ਕਰਨੀ ਹੈ ਸਾਈਡ, ਇੱਕ ਭੁਜਾ ਪਤਾ ਕਰਨੀ ਹੈ। तो उस लिए ਅਸੀਂ ਲਿਖਾਂਗੇ L इज इक्वल टू स्क्वायर रूट ऑफ 7056 ਇੱਥੇ ਸੈਂਟੀਮੀਟਰ ਅਸੀਂ ਲਿਖ ਲਿਆ। ਹੁਣ ਅਸੀਂ 7056 ਦਾ ਵਰਗਮੂਲ ਪਤਾ ਕਰਦੇ ਹਾਂ ਕਿੰਨਾ ਹੋਏਗਾ। 7056 ਦਾ ਵਰਗਮੂਲ ਡਿਵੀਜ਼ਨ ਮੈਥਡ ਦਾ ਯੂਜ਼ ਕਰ ਲੈਂਦੇ ਹਾਂ। ਸੋ 8 8 is 64, 6 8 plus 8 is 16। ਇੱਥੇ ਸਾਡੇ ਕੋਲ 5 6 ਥੱਲੇ ਉਤਾਰਾਂਗੇ। ਇਸ ਨੂੰ ਜਦੋਂ ਅਸੀਂ 4 ਦੇ ਨਾਲ ਯੂਨਿਟ ਪਲੇਸ ਤੇ 4 ਰੱਖਦੇ ਹਾਂ ਤੇ 4 ਦੇ ਨਾਲ ਹੀ ਮਲਟੀਪਲਾਈ ਕਰਦੇ ਹਾਂ। ਸੋ ਵੀ ਗੈਟ 656। तो इस प्रकार ਅਸੀਂ देख रहे हैं कि जो वर्गमूल आया है या जो स्क्वायर रूट आया है वो है 84। सो L is equal to 84 centimeter. It means a side of this square board is 84 centimeter. 84 centimeter भुजा होगी। Question number 5 is the age of Ravi's father is 5 years more than 3 times Ravi's age। रवि ਦੇ ਪਿਤਾ ਦੀ ਉਮਰ 5 ਸਾਲ ਵੱਧ ਹੈ ਕਿਸ ਤੋਂ? ਰਵੀ ਦੇ 3 ਗੁਣਾ ਤੋਂ। ਮਤਲਬ ਜੋ ਰਵੀ ਦੀ ਏਜ ਹੈ ਉਸ ਦੇ 3 ਗੁਣਾ ਤੋਂ ਵੀ 5 ਸਾਲ ਵੱਧ ਹੈ। ਇਫ ਰਵੀ's age is x years his father's age can be expressed as। ਜੇ ਰਵੀ ਦੀ ਏਜ ਉਮਰ ਜਿਹੜੀ ਹੈ ਅਸੀਂ x ਸਾਲ ਮੰਨ ਲਈਏ ਤਾਂ ਉਸ ਦੇ ਪਿਤਾ ਦੀ ਏਜ ਜੇ ਉਮਰ ਨੂੰ ਆਪਾਂ ਕਿਵੇਂ ਦਰਸਾਵਾਂਗੇ ਤੇ ਉਸ ਲਈ ਸਾਨੂੰ ਵਿਅੰਜਕ ਜਿਹੜਾ ਹੈ ਉਹ ਪਤਾ ਕਰਨਾ ਪੈਣਾ ਹੈ। ਤੇ ਪਿਆਰੇ ਬੱਚਿਓ ਅਸੀਂ ਇਸ ਸਟੇਟਮੈਂਟ ਤੋਂ ਹੀ ਉਹ ਵਿਅੰਜਕ ਜਿਹੜਾ ਹੈਗਾ ਆ ਉਹ ਪਤਾ ਕਰ ਸਕਦੇ ਹਾਂ। The age of Ravi's father is 5 years more than 3 times of Ravi's age। ਜੇ ਸਾਨੂੰ ਰਵੀ ਦੀ ਏਜ ਦਾ ਪਤਾ ਹੋਵੇ ਤਾਂ ਅਸੀਂ ਉਸਦੇ ਫਾਦਰ ਦੀ ਏਜ ਬੜੀ ਈਜ਼ੀਲੀ ਦੱਸ ਸਕਦੇ ਹਾਂ। ਲੇਕਿਨ ਇੱਥੇ ਰਵੀ ਦੀ ਏਜ ਸਾਨੂੰ ਨਹੀਂ ਦਿੱਤੀ ਹੋਈ, ਇਸ ਕਰਕੇ ਅਸੀਂ ਰਵੀ ਦੀ ਏਜ ਮੰਨ ਕੇ ਚੱਲਦੇ ਹਾਂ x years। ਲਿਖਿਆ ਵੀ ਹੋਇਆ ਦੱਸਿਆ ਇਹਨਾਂ ਨੇ ਕਿ ਇਫ ਰਵੀ's age is x years। ਸੋ ਰਵੀ ਦੀ ਏਜ ਜੋ ਰਵੀ ਦੀ ਉਮਰ ਹੈ ਆਯੂ ਹੈ ਉਹ x ਸਾਲ ਹੈ।
सो रवि's age is X years, then his father is 5 years more than 3 times, so 3 times of X is 3x। ठीक है जी, x ਦਾ 3 ਗੁਣਾ, ਰਵੀ ਦੀ ਏਜ ਦਾ 3 ਗੁਣਾ x ਤੇ ਉਸ ਤੋਂ ਵੀ 5 ਸਾਲ ਬਾਅਦ ਪਲੱਸ 5। ਸੋ ਇਸ ਪ੍ਰਕਾਰ ਇਹ ਵਿਅੰਜਕ ਬਣੇਗਾ। ਸਾਡੇ ਕੋਲ ਉੱਤਰ ਆਪਾਂ ਦੇਖਦੇ ਹਾਂ ਸਾਡੇ ਕੋਲ ਕਿੱਥੇ ਦਿੱਤਾ ਹੋਇਆ ਹੈ। ਯੈਸ, ਸੋ ਆਪਸ਼ਨ ਨੰਬਰ ਫਰਸਟ ਇਜ਼ ਦਾ ਰਾਈਟ ਆਪਸ਼ਨ। क्वेश्चन नंबर 6 है 5 रेज़ टू पावर 200 इज इक्वल टू 5 की घात 200 किहदे बराबर है। तो मेरे बच्चों असी लॉज ऑफ एक्सपोनेंट्स किए हुए हैं। सानू पता है कि जे बेस या आधार समान होवे विच गुणा निशान होवे तो असी हमेशा आधार लिख के बेस लिख के उसके जो पावर से असीं उन्होंने जोड़ देना है, घातां का जोड़ कर देना है। तो इस प्रकार असीं देखते हैं कि साडे कोल इस फॉर्मूले दे नाल मिलदा जुलदा किहड़ी ऑप्शन है। सो ऑप्शन नंबर 3 साडे कोल दित्ती हुई है। इत्थे देखो ए जो है वो 5 के बराबर है तो m 100 तो n भी 100। तो असीं इसनूं लिख सकते हाँ 5 रेज़ टू पावर 100 इंटू 5 रेज़ टू पावर 100 इज इक्वल टू 5 रेज़ टू पावर 100 प्लस 100। सो ये आ गया 5 रेज़ टू पावर 200। सो ऑप्शन नंबर 3 इज द राइट ऑप्शन। ये फॉर्मूला तुसी याद करना है तो इस दे नाल दे होर फॉर्मूलेस भी तुहानूं लिखाए हुए हैं, वो भी तुसी चंगी तरह इनके नाल याद कर लेने हैं, क्योंकि एक्सपोनेंट्स एंड पावर्स दे विच सिर्फ तुसी फॉर्मूले अप्लाई करने हैं और थोड़ा सम बहुत ईजीली हो जाता है। क्वेश्चन नंबर 7 साडे कोल है 0.3 इज द रेसिप्रोकल ऑफ। इन्हां चों कोई एक ऑप्शन जिहड़ी है सही ऑप्शन है वो सब पता करनी है। सो 0.3 इज द रेसिप्रोकल ऑफ पता करने वास्ते सब तो पहला तो असी 0.3 नूं सिंपल फॉर्म में लिखांगे। इस वे डेसिमल फॉर्म में है ना, इस लिखांगे सिंपल फॉर्म के। सिंपल फॉर्म में लिखने वास्ते लिखांगे 3/10 राइट। सो इसका रेसिप्रोकल की होएगा, उल्ट की होएगा, इसका उल्ट क्रम होएगा 3/10 का उलट क्रम। अंग्रेजी दे विच 3/10 रेसिप्रोकल इज 10/3। सो द रेसिप्रोकल ऑफ 3/10 इज 10/3। हम असीं इसनूं डिवाइड करते हैं 10 ਨੂੰ 3 ਦੇ ਨਾਲ। सो 3 3 जा 9 एंड 1। सो 3 1/3 3 सही 1/3 उत्तर साडा आना चाहिए है। सो 3 होल एंड 1/3 इज द राइट ऑप्शन। सो सेकंड ऑप्शन इज द करेक्ट ऑप्शन। नंबर 8 है प्रोडक्ट ऑफ टू गिवन प्रॉपर फ्रैक्शन इज। दो उचित भिन्नां दी गुणा इज ग्रेटर दैन बोथ द फ्रैक्शंस। दोनों ही भिन्नां तो वड्डी होएगी, दोनों भिन्नां तो छोटी होएगी, या इम्प्रॉपर फ्रैक्शन मतलब अनुचित भिन्न होएगी। तो इन्हां विचों कोई नहीं। प्यारे बच्चों, दो उचित भिन्नां दी गुणा जो असीं करदे हां देख लेने करके उदाहरण तौर पर ले लेने हैं। मान लो साढ़े कोल एक है 1/3, दूजी है 3/5। ठीक है जी, इसमें असीं गुणा करते हैं। साढ़े कोल की आ जाता है 3/15। तो यह घट गई सावें 5 दे विचों 3 भाग, या इत्थे कह लीजिए 3 विचों 1 भाग। हुण 15 विचों 3 भाग, ठीक है जी, 3 अंश 15 विचों 3 अंश। तो यह घटती है, फ्रैक्शन जी हैगी घट गई है। सो साढ़े कोल जो उत्तर होएगा वो होएगा सेकंड इज द राइट ऑप्शन। क्वेश्चन नंबर 9 है
Pavitra has a big cup which can hold 9/10 of total seeds. He is trying to fill it with a smaller cup which can hold 3/10 of the total seeds. So ਪਵਿੱਤਰ ਕੋਲ ਇੱਕ ਵੱਡਾ ਕੱਪ ਹੈ ਜੋ ਕਿ 9/10 ਕਿਸ ਦਾ ਬੀਜਾਂ ਦਾ ਹੋਲਡ ਕਰ ਸਕਦਾ ਹੈ, ਉਹ 'ਚ ਸਮਾ ਸਕਦੇ ਹਨ। ਐਂਡ ਹੀ ਇਜ਼ ਟਰਾਈਂਗ ਟੂ ਫਿਲ ਇਟ ਵਿਦ ਅ ਸਮਾਲਰ ਕੱਪ। ਉਹ ਉਸ ਨੂੰ ਛੋਟੇ ਕੱਪ ਦੇ ਨਾਲ ਭਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਹਦੀ ਸਮਰੱਥਾ ਕਿੰਨੀ ਹੈ 3/10 ਆਫ ਟੋਟਲ ਸੀਡਸ, ਜੋ ਕਿ ਕੁੱਲ ਬੀਜਾਂ ਦਾ 3/10 ਭਾਗ ਜਿਹੜਾ ਹੈ ਉਹ ਸਮਾ ਸਕਦਾ ਉਸ ਅੰਦਰ। ਸੋ ਹਾਊ ਮੈਨੀ ਸਮਾਲਰ ਕੱਪਸ ਆਰ ਰਿਕੁਆਇਰਡ ਟੂ ਫਿਲ ਦਾ ਬਿਗ ਕੱਪ। ਉਸ ਵੱਡੇ ਕੱਪ ਨੂੰ ਭਰਨ ਵਾਸਤੇ ਇਹੋ ਜਿਹੇ ਕਿੰਨੇ ਛੋਟੇ ਕੱਪ ਚਾਹੀਦੇ ਹੋਣਗੇ। ਤੇ ਮੇਰੇ ਬੱਚਿਓ ਜੋ ਬੜਾ ਕੱਪ ਹੈ 1 big cup can hold 9/10 of x। x ਇੱਥੇ ਜਿਹੜਾ ਹੈ ਇਹ ਸੀਡਸ ਨੇ, ਟੋਟਲ ਸੀਡਸ, ਐਂਡ 1 small cup can hold 3/10 of x। ਹੁਣ ਦੇਖੋ ਕਿ ਸਾਡੇ ਕੋਲ ਜੋ ਬੜਾ ਕੱਪ ਹੈ ਉਸ ਨੂੰ ਹੋਲਡ ਕਰਨ ਦੀ ਸਮਰੱਥਾ, ਬੀਜਾਂ ਨੂੰ ਹੋਲਡ ਕਰਨ ਦੀ ਸਮਰੱਥਾ, ਬੀਜਾਂ ਨੂੰ ਸਮਾਨ ਜਿੰਨੇ ਬੀਜ ਉਹ 'ਚ ਆ ਸਕਦੇ ਹਨ ਉਹ 9/10 ਹੈ। ਇਹਦੀ 3/10 ਹੈ ਛੋਟੇ ਵਾਲੇ ਕੱਪ ਦੀ। ਇਸ ਦਾ ਮਤਲਬ ਇਹ ਹੋਇਆ ਕਿ ਮੈਂ ਜੇ 3/10 ਨੂੰ 3 ਦੇ ਨਾਲ ਗੁਣਾ ਕਰਦੇ ਹਾਂ ਤਾਂ ਆਈ ਗੈਟ 9/10 ਰਾਈਟ। ਇਸ ਦਾ ਮਤਲਬ ਇਹ ਹੋਇਆ ਕਿ ਮੈਨੂੰ ਇਹੋ ਜਿਹੇ ਛੋਟੇ ਕੱਪ 3 ਕੱਪ ਜਿਹੜੇ ਹਨ ਉਹ ਚਾਹੀਦੇ ਹੋਣਗੇ ਤਾਂ ਜੋ ਮੈਂ ਉਹ 3 ਕੱਪ ਭਰ ਕੇ ਇਸ ਬੜੇ ਕੱਪ ਦੇ ਵਿੱਚ ਉਹ ਬੀਜਾਂ ਨੂੰ ਡੇਲ ਦਿਆਂ ਤਾਂ ਜੋ ਇਹ ਬੜਾ ਕੱਪ ਭਰ ਜਾਏਗਾ ਜੋ ਕਿ 9/10 ਭਾਗ ਬੀਜਾਂ ਦਾ ਹੋਲਡ ਕਰ ਸਕਦਾ ਹੈ। ਸੋ ਦਾ ਰਾਈਟ ਆਂਸਰ ਇਜ਼ ਆਪਸ਼ਨ ਨੰਬਰ 3 ਸੈਕਿੰਡ। ਤੇ ਆਂਸਰ ਹੈ 3। ਸੋ ਆਪਸ਼ਨ 2 ਇਜ਼ ਦਾ ਰਾਈਟ ਆਪਸ਼ਨ। ਕੁਐਸਚਨ ਨੰਬਰ 10, if a upon b into c upon d is equal to 1, if a upon b into c upon d is equal to 1, a/b ਤੇ c/d ਦੀ ਗੁਣਾ ਬਰਾਬਰ 1 ਹੈ। ਇਸ ਦਾ ਮਤਲਬ ਕੀ ਹੈ ਕਿ ਇਹ ਸਾਨੂੰ ਇਹਨਾਂ ਨੇ ਗੁਣਾਤਮਕ ਤਤਸਮਕ ਦਿੱਤਾ ਹੋਇਆ ਹੈ, ਮਲਟੀਪਲੀਕੇਟਿਵ ਆਇਡੈਂਟੀਟੀ ਦਿੱਤੀ ਹੋਈ ਹੈ, ਮਲਟੀਪਲੀਕੇਟਿਵ ਆਇਡੈਂਟੀਟੀ ਦਿੱਤੀ ਹੋਈ ਹੈ। ਤੇ ਇਸ ਦਾ ਜਿਹੜਾ ਹੈ then c/d is dash of a/b, ਤਾਂ c/d ਜਿਹੜਾ ਆ ਉਹ ਕੀ ਹੋਏਗਾ, ਇਟ ਵਿਲ ਬੀ ਮਲਟੀਪਲੀਕੇਟਿਵ ਇਨਵਰਸ, ਤਾਂ ਹੀ ਉਹ 1 ਦੇ ਬਰਾਬਰ ਹੋਏਗਾ। ਦੇਖੋ ਜਿਵੇਂ a/b ਹੈ ਇੰਟੂ ਇਜ਼ ਇਕੁਅਲ ਟੂ 1, ਇਸ ਨੂੰ ਅਸੀਂ ਕਿਸ ਨਾਲ ਗੁਣਾ ਕਰੀਏ ਕਿ ਉੱਤਰ 1 ਆ ਜਾਵੇ। ਇਹਨੂੰ ਅਸੀਂ ਕਿਹਨੂੰ ਗੁਣਾ ਕਰਾਂਗੇ b/a, ਜੋ ਕਿ ਮਲਟੀਪਲੀਕੇਟਿਵ ਇਨਵਰਸ ਹੈ, ਜੋ ਕਿ ਇਨਵਰਸ ਹੈ ਕਿਹਦਾ a/b ਦਾ। तो b/a एक इनवर्स है। सो ਅਸੀਂ ਲਿਖਾਂਗੇ ਮਲਟੀਪਲੀਕੇਟਿਵ ਇਨਵਰਸ। ਸੈਕਿੰਡ ਆਪਸ਼ਨ ਜਿਹੜੀ ਹੈ ਇਸ ਦਾ ਰਾਈਟ ਆਪਸ਼ਨ। ਕੁਐਸਚਨ ਨੰਬਰ 11 ਹੈ ਸਾਡੇ ਕੋਲ 21y5। ਇੱਥੇ y ਹੈ, ਇਹ y5 is a multiplicative of 9 where y is a digit, then find the value of y। ਸਾਡੇ ਕੋਲ ਇੱਕ ਸੰਖਿਆ ਦਿੱਤੀ ਹੋਈ ਹੈ ਜੋ ਕਿ 9 ਦਾ ਗੁਣਜ ਹੈ, 9 ਦਾ ਗੁਣਜ ਹੈ ਤੇ y ਇੱਕ ਅੰਕ ਹੈ ਤੇ ਸਾਨੂੰ ਇਸ ਦਾ ਅੰਕ ਪਤਾ ਕਰਨਾ ਹੈ। ਸੋ ਪਿਆਰੇ ਬੱਚਿਓ ਸਾਡੇ ਕੋਲ ਜੋ ਡਿਜਿਟਸ ਦਿੱਤੀਆਂ ਹਨ ਉਹ ਹਨ 2 1 y ਐਂਡ 5। 9 ਦੇ ਡਿਵਿਜ਼ਿਬਿਲਿਟੀ ਟੈਸਟ ਦੇ ਵਿੱਚ ਅਸੀਂ ਕੀ ਜਾਣਿਆ ਹੈ ਕਿ ਜਦੋਂ ਅਸੀਂ ਡਿਜਿਟਸ ਨੂੰ ਐਡ ਕਰ ਦਿੰਦੇ ਹਾਂ, ਐਡ ਕਰਨ ਤੋਂ ਬਾਅਦ ਜੋ ਇਹਨਾਂ ਦਾ ਐਡੀਸ਼ਨ ਆਏਗਾ ਇਟ ਸ਼ੁੱਡ ਬੀ ਡਿਵਿਜ਼ੀਬਲ ਬਾਈ 9। 9 ਦੇ ਨਾਲ ਇਸ ਨੂੰ ਡਿਵਾਈਡ ਕਰ ਦਿੰਦੇ ਹਾਂ। ਸਾਡੇ ਕੋਲ ਆ ਗਿਆ ਇਹ 2 + 1 is 3, 3 + 5 is 8। ਸੋ y + 8/9। ਹੁਣ ਸਾਡੇ ਕੋਲ y ਦੀ ਵੈਲਿਊ ਜਿਹੜੀ ਹੈ ਉਹ ਕੀ ਹੋ ਸਕਦੀ ਹੈ ਤਾਂ ਜੋ ਇਹ 9 ਦੇ ਨਾਲ ਡਿਵਾਈਡ ਹੋ ਜਾਵੇ, ਔਰ ਇਹ ਸਿਰਫ ਇੱਕ ਅੰਕੀ ਹੋਣੀ ਚਾਹੀਦੀ ਹੈ y ਦੀ ਵੈਲਿਊ। ਜੇ y ਦੀ ਵੈਲਿਊ ਮੈਂ ਰੱਖਦਾ ਹੈਗਾ ਆ 0 ਤਾਂ 8 ਰਹਿ ਜਾਂਦਾ ਹੈ,
y की वैल्यू रखना है 1, y रखना है 1 + 8, साढ़े को आ गया 9/9 जो कि 9 ਨਾਲ डिविजिबल है। इसका मतलब ये होया कि जो y की वैल्यू है वो 1 है इत्थे। सो y = 1, तो साढ़े को संख्या बन जाएगी 2115, राइट। सो ऑप्शन नंबर 2 इज द राइट ऑप्शन। क्वेश्चन नंबर 12, विच वन ऑफ द फॉलोइंग कैन नॉट बी अ परफेक्ट स्क्वायर। जो साढ़े को संख्यावां दित्तियां होईयां हन इन्हां विच्चों पूर्ण वर्ग किहड़ा नहीं हो सकता, किहड़ी ऑप्शन इदां दी है जिहड़ी कि पूर्ण वर्ग नहीं हो सकती। प्यारे बच्चों सानूं पता है कि जे पूर्ण वर्ग नूं असीं एक ग्लिम्स दे विच, एक नज़र दे विच पता करना होवे तां उहदे लई क्या तरीका है कि उसका उसी यूनिट प्लेस देखना है, इकाई स्थान देखना है। इकाई स्थान के उपर जे 0 है, 1 है, 4 है, 5 है, 6 है, 9 है, तां वह पूर्ण वर्ग है। इत्थे 9 है, ये पूर्ण वर्ग है। इस तो बाद 6 पूर्ण वर्ग हो सकता है, पूर्ण वर्ग हो सकता है। 2 इकाई स्थान पर 2 आ रहा है, यह पूर्ण वर्ग नहीं हो सकता, ठीक है। इकाई स्थान पर मतलब यूनिट प्लेस के उपर 0, 1, 4, 5, 6 ते 9 इन्हां विच्चों कोई भी डिजिट आउंदी है यूनिट प्लेस से तां वो पूर्ण वर्ग हो सकता है, राइट। सो इत्थे है 2, इस करके यह पूर्ण वर्ग नहीं है। सो ऑप्शन 2 जिहड़ी है अकॉर्डिंग टू द क्वेश्चन इज द राइट ऑप्शन। क्वेश्चन नंबर 13, द कर्व्ड सरफेस एरिया ऑफ अ क्यूब इज 16 square units, find the length of one side। एक साइड की असी लेंथ पता करनी है, भुजा पता करनी है। तो प्यारे बच्चों क्यूब है, क्यूब मतलब घन। साढ़े कोल एक घन का पासवी सतह का खेत्रफल दिता होया है जो कि है 16a का वर्ग, तो सानू उसकी भुजा पता करनी है। तो बच्चों सानू पता है कि घन के किन्ने सरफेसिस होंदे हन, कितनी सतह होंदियां हन, 6 सतह होंदियां हन, ठीक है। तो इत्थे पासवी सतह, पासे की सतह कितनियां होण 4, एक उपरली ते एक थलड़ी, 5 ते 6 हो गई ना। उपरलियां ते थलड़ी आपां सतह नूं छड्ड देना हैगा आ। साडे कोल कुल सरफेसिस बच जाणगे 4। तो एक सरफेस का जो खेत्रफल है वो हुंदा है L²। 4 का कितना हो गया 4L², राइट। सो एक आपां इत्थे बना लैंदे आ। आ साढ़े कोल क्यूब है, ठीक है जी। ये 4 सरफेसिस किहड़े ने, दिस वन, 2, 3 ते 4। जो उपरला ते थल्ला सरफेस जिहड़ा आ उस कवर नहीं किया गया है। तो क्योंकि हर एक जो सरफेस है ये वर्गाकार है, वर्ग का खेत्रफल होंदा है भुजा का वर्ग। इसका मतलब ये हो गया कि L² प्लस L² प्लस आ पिछली भुजा, आ पिछला जड़ा पासा है वो हो गया। सो ये हो गया अपने कोल L² प्लस L² प्लस L², 4L²। एक पिछे का भी आ फ्रंट का हो गया, आ पिछले आ साइडा से हो गया, आ L² हो गया। उपरला नहीं आप थल्ला काउंट करना है, ठीक है जी। सो इस विच जिहड़ा हैगा आ असी L² आ साइड का, L² उस साइड का हो गया, आ फ्रंट वाला L² हो गया, तो आ पिछे बैक वाला L² हो गया, राइट। इन ऊपर वाला नहीं काउंट करना, टॉप का नहीं है ये बैक साइड का है, इस गल ध्यान रखना है, ठीक है जी। ओके, फ्रंट बैक ए साइड आ साइड हो गए ना, 4 साइड्स हो गई हैं। सो ये हो गया हूँ साढ़े कोल 4L² इज इक्वल टू सानू दिता होया है 6A²। इसमें लिख सकते हैं L² बराबर 16/4A², ये कट जाएगा, इतने आ जाएगा साढ़े कोल 4A², राइट।
दोनों पासे असी स्केयर रूट लगावांगे एल स्केयर एंड 4a स्केयर। ये साढ़े को आ जाएगा 2a कंप्लीट स्केयर एंड दिस इज एल स्केयर। कट गया कट गया, सो एल इज इक्वल टू 2a इज द आंसर। सो साढ़े को जो ऑप्शन है वो 2a इज द राइट ऑप्शन। सो इस प्रकार जी राइट ऑप्शन होगी वो होगी ऑप्शन नंबर 1। क्वेश्चन नंबर 14, a rectangular park has length and breadth as given in the figure। एक आयताकार पार्क है जिसकी लंबाई ਅਤੇ चौड़ाई इस चित्र अनुसार दी हुई है। फाइंड द लेंथ ऑफ द वायर रिक्वायर्ड फॉर फेंसिंग इट। तार की लंबाई पता करनी है, तार की लंबाई पता करनी है इस फेंस नूं कवर करने वास्ते। ठीक है जी, जो 4 सफेरे वो तार लगाने वास्ते उसकी लंबाई सानू पता करनी है। सो क्योंकि ये जो पार्क है आयताकार है, ठीक है, तो क्योंकि तार जी हैगी आ ये की बनाती है इसका पैरीमीटर परिमाप। ठीक है जी, घेरा। इसका मतलब ये होया कि जो पैरीमीटर ऑफ रैक्टेंगल, आयत का परिमाप की हुंदा है, वो हुंदा है 2 इंटू लेंथ प्लस 2 इंटू ब्रेथ। राइट, इसनों इस तरीके नाल लिखा जा सकता है 2 इंटू लेंथ प्लस ब्रेथ। ठीक है जी, हुण इत्थे साडे कोल की है, साडे कोल लेंथ है 2 इंटू 8p प्लस ब्रेथ कितनी है 2q। सो साडा आंसर होएगा 2 इंटू 8p प्लस 2q ये ब्रैकेट दे विच। सो ऑप्शन नंबर 4th इज द राइट आंसर। 15th क्वेश्चन है साडे कोल, राम हैज x मार्बल्स एंड हिज फ्रेंड हैज 2 मोर मार्बल्स दैन राम। राम दे कोल x बंटे हैं ते उहदे दोस्त कोल उस तो भी 2 बंटे वध हैं। राम तो नहीं 2 बंटे वध हैं। इफ कॉस्ट ऑफ 1 मार्बल इज ₹2, जे एक बंटे की कीमत ₹2 है तो टोटल कॉस्ट कितनी होएगी सारे बंटियां की। मतलब इतने कुल बंटे किहड़े होए, राम दे ते उसके दोस्त के बंटे मिला के। ठीक है जी, उन्हें जोड़ लेना आ, उस तो बाद गुणा कर लेना सी ₹2 नाल। ठीक है, सो राम हैज नंबर ऑफ मार्बल्स is equal to x and his friend has x plus 2, क्योंकि उसके कोल राम नालों 2 बंटे वध नहीं। सो टोटल मार्बल्स कितने हुए x plus 2, ये आ गया साढ़े को 2x plus 2। ये तो साढ़े को आ गए उन्होंने कोल जो कुल बंटे हैं। हुण एक बंटे की कीमत कितनी है ₹2, इन्ने बंटे की कीमत कितनी होगी। सो कॉस्ट ऑफ 1 मार्बल इज इक्वल टू 2x प्लस इज इक्वल टू ₹2। सानू पता है जो एक की कीमत सानू पता होवे, वध की पता करनी होवे तो असीं गुणा कर दिंदे हां। सो कॉस्ट ऑफ 2x plus 2 marbles is equal to ₹2 into 2x plus 2। सो यही साडा
ਆਨਸਰ ਹੋਏਗਾ। ਸਾਡੇ ਕੋਲ ਜੋ ਆਨਸਰ ਆਇਆ ਹੈ ਉਹ ਹੈ ₹2 ਇੰਟੂ 2x + 2। ਇਸ ਨੂੰ ਅਸੀਂ ਲਿਖ ਸਕਦੇ ਹਾਂ 2 ਇੰਟੂ 2x ਇਜ਼ 4x + 4 ਰੁਪੀਜ਼। ਤੇ ਜੋ ਸਾਡੇ ਕੋਲ ਆਪਸ਼ਨਸ ਹਨ ਉਸ ਵਿੱਚ ਆਪਸ਼ਨ ਨੰਬਰ 2 ਇਜ਼ ਦਾ ਰਾਈਟ ਆਪਸ਼ਨ। ਤੇ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਇਹ 15 ਕੁਐਸਚਨਸ ਹੀ ਕਰਨੇ ਸਨ। ਕੁਐਸਚਨ ਸਾਡੇ ਕੋਲ 30 ਹਨ ਮਾਡਲ ਟੈਸਟ ਪੇਪਰ ਦੇ ਵਿੱਚ, ਲੇਕਿਨ ਅਸੀਂ 15 ਹੀ ਕਰਨੇ ਹਨ ਕਿਉਂਕਿ ਵੀਡੀਓ ਬਹੁਤ ਲੈਂਥੀ ਹੋ ਜਾਣੀ ਹੈ। ਤੇ ਜੋ ਰੈਸਟ ਪਾਰਟ ਹੈ ਮਤਲਬ 50% ਅਸੀਂ ਕਰ ਲਿਆ ਹੈ, 50% ਅਸੀਂ ਕੰਟੀਨਿਊ ਕਰਾਂਗੇ ਇਨ ਦਾ ਨੈਕਸਟ ਵੀਡੀਓ। Till then, I wish you all the very best and happy learning. Thank you very much.